ਅੱਜ ਆਓ ਅਸੀਂ ਸੋਹਣੇ ਭਾਈਚਾਰੇ ਦਾ ਪਿਆਰ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ, ਕਿਉਂਕਿ ਕਈ ਨਵੇਂ ਮੈਂਬਰ ਸੱਚਾਈ ਵਿੱਚ ਆ ਚੁੱਕੇ ਹਨ ਅਤੇ ਪੂਰੀ ਦੁਨੀਆ ਦੇ ਸਿਓਨ ਬਹੁਤ ਮੈਂਬਰਾਂ ਨਾਲ ਭਰੇ ਹੋਏ ਹਨ। ਤਦ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਕੇ ਹੁਣ ਸਾਡੇ ਲਈ ਸੋਹਣੇ ਭਾਈਚਾਰੇ ਦਾ ਪਿਆਰ ਰੱਖਣ ਦਾ ਸਮਾਂ ਹੈ। ਭਾਈਚਾਰੇ ਦੇ ਪਿਆਰ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਕਿਸ ਤਰ੍ਹਾਂ ਦੇ ਭਾਈਚਾਰੇ ਦਾ ਪਿਆਰ ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਇਸ ਯੁੱਗ ਵਿੱਚ ਰੱਖੀਏ। ਆਓ ਅਸੀਂ ਪਹਿਲਾ ਪਤਰਸ ਦੀ ਕਿਤਾਬ ਉੱਤੇ ਇੱਕ ਨਜ਼ਰ ਪਾਈਏ ਅਤੇ ਇਸ ਬਾਰੇ ਪਰਮੇਸ਼ਵਰ ਦੀ ਮਰਜ਼ੀ ਸਿੱਖੀਏ। ਪਹਿਲਾ ਪਤਰਸ ਅਧਿਆਇ 1 ਵਚਨ 22। ਤੁਸਾਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰਪਨ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ, ਤਾਂ ਤਨੋ ਮਨੋ ਹੋ ਕੇ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ, ਕਿਉਂ ਜੋ ਤੁਸੀਂ ਨਾਸ਼ਵਾਨ ਤੁਖਮ ਤੋਂ ਨਹੀਂ ਸਗੋਂ ਅਵਿਨਾਸ਼ੀ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਜਿਹੜਾ ਜਿਉਂਦਾ ਅਤੇ ਅਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ। ਬਾਈਬਲ ਸਾਨੂੰ ਤਨੋ ਮਨ ਹੋ ਕੇ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖਣਾ ਅਤੇ ਇੱਕ ਦੂਏ ਨਾਲ ਵਿਚਾਰਸ਼ੀਲ ਰਹਿਣਾ ਸਿਖਾਉਂਦੀ ਹੈ। 175 ਦੇਸ਼ਾਂ ਦੇ ਲੋਕ ਸਿਓਨ ਆ ਰਹੇ ਹਨ। ਇਸ ਤੋਂ ਬਾਅਦ ਉਹਨਾਂ ਦੀਆਂ ਭਾਸ਼ਾਵਾਂ, ਸੱਭਿਆਚਾਰ ਅਤੇ ਵਾਤਾਵਰਣ ਸਭ ਵੱਖਰੇ ਹਨ। ਇਸ ਵਿਭਿੰਨਤਾ ਦੁਆਰਾ ਪਰਮੇਸ਼ਵਰ ਸਾਨੂੰ ਇੱਕ ਬਣਨ ਲਈ ਜਗਾਉਂਦੇ ਹਨ। ਹਰ ਸਾਲ ਸਵਰਗੀ ਮਾਤਾ ਜੀ ਸਾਨੂੰ ਇਹ ਕਹਿੰਦੇ ਹੋਏ ਲਗਾਤਾਰ ਭਾਈਚਾਰੇ ਦੇ ਪਿਆਰ ਬਾਰੇ ਸਿਖਾਉਂਦੇ ਹਨ ਕਿ ਸੋਹਣੀ ਏਕਤਾ ਦੁਆਰਾ ਖੁਸ਼ਖਬਰੀ ਦਾ ਕੰਮ ਪੂਰਾ ਕਰੋ। ਸੁੰਦਰ ਏਕਤਾ, ਭਰਾਵਾਂ ਅਤੇ ਭੈਣਾਂ ਵਿਚਕਾਰ ਇੱਕ ਸੂਰਤਾ ਅਤੇ ਵਿਚਾਰਸ਼ੀਲਤਾ ਬਗੈਰ ਅਸੀਂ ਕਦੀ ਵੀ ਪੂਰੀ ਤਰ੍ਹਾਂ ਖੁਸ਼ਖਬਰੀ ਨੂੰ ਪੂਰਾ ਨਹੀਂ ਕਰ ਸਕਦੇ। ਇਸ ਨੂੰ ਯਾਦ ਰੱਖਦੇ ਹੋਏ ਆਓ ਅਸੀਂ ਯਹੂਨਾ ਅਧਿਆਇ 13 ਉੱਤੇ ਜਾਈਏ। ਯਹੂਨਾ ਅਧਿਆਇ 13 ਵਚਨ 34। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸ ਤੋਂ ਸਭ ਜਾਣਨਗੇ ਭਾਈ ਤੁਸੀਂ ਮੇਰੇ ਚੇਲੇ ਹੋ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਪਿਆਰ ਸਭ ਤੋਂ ਜ਼ਿਆਦਾ ਬੁਨਿਆਦੀ ਮਾਮਲਾ ਹੈ। ਪਰਮੇਸ਼ਵਰ ਧਰਤੀ ਉੱਤੇ ਆਏ ਅਤੇ ਸਾਡੇ ਪਾਪਾਂ ਕਰਕੇ ਉਹਨਾਂ ਨੂੰ ਸਲੀਬ ਉੱਤੇ ਚੜਾਇਆ ਗਿਆ। ਉਹਨਾਂ ਨੇ ਜਗਤ ਦਾ ਸਾਰਾ ਪਾਪ ਚੁੱਕਿਆ। ਇਹਨਾਂ ਸਭ ਨੂੰ ਇੱਕ ਸ਼ਬਦ 'ਚ ਪਿਆਰ ਕਿਹਾ ਜਾ ਸਕਦਾ ਹੈ। ਸਿਓਨ ਦੇ ਸਾਰੇ ਲੋਕ ਜੋ ਪਰਮੇਸ਼ਵਰ ਦਾ ਪਾਲਨ ਕਰਦੇ ਹਨ ਉਹਨਾਂ ਨੂੰ ਪਰਮੇਸ਼ਵਰ ਵਰਗੇ ਹੋਣਾ ਚਾਹੀਦਾ ਹੈ। ਜੇਕਰ ਉਹ ਇੱਕ ਦੂਸਰੇ ਬਾਰੇ ਵਿਚਾਰਸ਼ੀਲ ਨਹੀਂ ਹਨ ਅਤੇ ਇਹ ਨਹੀਂ ਜਾਣਦੇ ਕਿ ਕਿਵੇਂ ਇਕਜੁੱਟ ਹੋਣਾ ਹੈ, ਫਿਰ ਉਹ ਨਵਾਂ ਹੁਕਮ ਅਰਥਾਤ ਨਵੇਂ ਨੇਮ ਨੂੰ ਪੂਰਾ ਨਹੀਂ ਕਰ ਸਕਦੇ ਜੋ ਪਰਮੇਸ਼ਵਰ ਨੇ ਸਾਨੂੰ ਪ੍ਰਦਾਨ ਕੀਤਾ ਹੈ। ਕੋਰੀਆ ਅਤੇ ਸੰਯੁਕਤ ਰਾਜ ਅਮਰੀਕਾ ਇੱਕ ਦੂਸਰੇ ਤੋਂ ਬਹੁਤ ਦੂਰ ਹਨ। ਕੋਰੀਆ ਬਹੁਤ ਪੂਰਬ ਵੱਲ ਹੈ ਅਤੇ ਸੰਯੁਕਤ ਰਾਜ ਅਮਰੀਕਾ ਪੱਛਮੀ ਦੇਸ਼ ਹੈ। ਜੇਕਰ ਤੁਸੀਂ ਕੋਰੀਆ ਛੱਡ ਕੇ ਸੰਯੁਕਤ ਰਾਜ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਹਿਲੀ ਵਾਰ ਫਰਕ ਨਜ਼ਰ ਆਵੇਗਾ। ਹਾਲਾਂਕਿ ਉੱਥੇ ਹਰ ਦਿਨ ਦਾ ਜੀਵਨ ਜਿਉਂਦੇ ਹੋਏ ਤੁਸੀਂ ਦੇਖੋਗੇ ਕਿ ਇੱਥੇ ਕਈ ਪਹਿਲੂਆਂ ਵਿੱਚ ਬਹੁਤ ਵੱਖਰਾ ਹੈ। ਇੱਥੋਂ ਤੱਕ ਕਿ ਲੋਕਾਂ ਦੇ ਸੋਚਣ ਦਾ ਤਰੀਕਾ ਵੀ ਕਾਫੀ ਅਲੱਗ ਹੈ। ਕੋਰੀਆਈ ਕਿਤਾਬਾਂ ਵਿੱਚ ਮੁੱਖ ਬਿੰਦੂ ਕਿੱਥੇ ਦਿਖਾਈ ਦਿੰਦਾ ਹੈ? ਆਮ ਤੌਰ ਤੇ ਬਹੁਤ ਅੰਤ ਵਿੱਚ। ਕੋਰੀਆਈ ਭਾਸ਼ਾ ਵਿੱਚ ਸਾਨੂੰ ਵਾਕ ਦੇ ਅੰਤ ਨੂੰ ਸੁਣਨ ਤੱਕ ਉਡੀਕ ਕਰਨੀ ਚਾਹੀਦੀ ਹੈ, ਪਰ ਅੰਗਰੇਜ਼ੀ ਭਾਸ਼ਾ ਵਿੱਚ ਅਸੀਂ ਸ਼ੁਰੂਆਤ ਤੋਂ ਹੀ ਮੁੱਖ ਬਿੰਦੂ ਜਾਣ ਸਕਦੇ ਹਾਂ। ਇਸ ਲਈ ਤੁਹਾਨੂੰ ਸਿਰਫ ਸ਼ੁਰੂਆਤ ਤੇ ਹੀ ਧਿਆਨ ਦੇਣਾ ਜ਼ਰੂਰੀ ਹੈ। ਮਹੱਤਵਪੂਰਨ ਹਿੱਸਾ ਵਾਕ ਦੇ ਸਿਰ ਤੇ ਆਉਂਦਾ ਹੈ, ਪਰ ਕੋਰੀਆਈ ਵਿੱਚ ਮਹੱਤਵਪੂਰਨ ਹਿੱਸਾ ਵਾਕ ਦੀ ਪੂੰਛ ਤੇ ਆਉਂਦਾ ਹੈ। ਇਸ ਸਧਾਰਨ ਉਦਾਹਰਨ ਤੋਂ ਇਲਾਵਾ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਅੰਤਰ ਹਨ। ਮੈਂ ਸਿਰਫ ਕੁਝ ਉਦਾਹਰਨਾਂ ਨੂੰ ਸਾਂਝਾ ਕੀਤਾ ਹੈ, ਪਰ ਅਸਲ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਭਾਵੇਂ ਹੀ ਅਸੀਂ ਇੱਕੋ ਚੀਜ਼ ਦੇਖਦੇ ਹਾਂ, ਪਰ
ਕਿਉਂਕਿ ਸਾਡਾ ਨਿੱਜੀ ਸੱਭਿਆਚਾਰ, ਪਾਲਣ ਪੋਸ਼ਣ ਅਤੇ ਵਾਤਾਵਰਣ ਸਭ ਵੱਖਰੇ ਹਨ। ਇਸ ਲਈ ਸਾਡੀ ਰਾਏ ਵੀ ਵੱਖਰੀ ਹੈ। ਮੈਂ ਕਿਸੇ ਚੀਜ਼ ਨੂੰ ਮਹੱਤਵਪੂਰਨ ਮੰਨ ਸਕਦਾ, ਪਰ ਦੂਸਰਾ ਉਸ ਨੂੰ ਸਧਾਰਨ ਮੰਨ ਸਕਦਾ ਹੈ, ਕਿਉਂਕਿ ਅਸੀਂ ਜੋ ਮਹੱਤਵਪੂਰਨ ਮੰਨਦੇ ਹਾਂ ਉਹ ਅਲੱਗ ਹੈ। ਸਾਡਾ ਨਜ਼ਰੀਆ ਵੀ ਅਲੱਗ ਹੈ। ਹਰ ਇੱਕ ਵਿਅਕਤੀ ਇਹ ਕਹਿੰਦੇ ਹੋਏ ਵੱਖ-ਵੱਖ ਚੀਜ਼ਾਂ ਨੂੰ ਇਸ਼ਾਰਾ ਕਰ ਸਕਦਾ ਹੈ ਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਜਾਂ ਉਹ ਜ਼ਿਆਦਾ ਮਹੱਤਵਪੂਰਨ ਹੈ। ਇਸ ਲਈ ਸਾਨੂੰ ਇੱਕ ਦੂਸਰੇ ਦੀ ਗੱਲ ਮੰਨਣ ਅਤੇ ਆਪਣੀ ਖੁਦ ਦੀ ਰਾਏ ਅਤੇ ਤਾਕੀਦ ਨੂੰ ਥੋੜਾ ਦੂਰ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਇੱਕ ਦੂਸਰੇ ਦੀ ਗੱਲ ਮੰਨਦੇ ਹਾਂ ਤਦ ਚਰਚ ਕਿਰਪਾ ਨਾਲ ਭਰਪੂਰ ਕੰਮ ਕਰ ਸਕਦਾ ਹੈ, ਨਹੀਂ ਤਾਂ ਅਸੀਂ ਖੁਸ਼ਖਬਰੀ ਦਾ ਕੰਮ ਕਦੇ ਵੀ ਪੂਰਾ ਨਹੀਂ ਕਰ ਸਕਦੇ। ਇਸੇ ਕਰਕੇ ਬਾਈਬਲ ਕਈ ਵਾਰ ਪਿਆਰ ਦਾ ਉਲੇਖ ਕਰਦੀ ਹੈ। ਪਰਮੇਸ਼ਵਰ ਨੇ ਇਹ ਸਾਨੂੰ ਨਵੇਂ ਹੁਕਮ ਦੇ ਰੂਪ ਵਿੱਚ ਦਿੱਤਾ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਯੀਸ਼ੂ ਮਸੀਹ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਜਦੋਂ ਅਸੀਂ ਪਾਪੀ ਹੀ ਸੀ ਤਦ ਉਹ ਸਾਡੇ ਲਈ ਸਲੀਬ ਉੱਤੇ ਮਰ ਗਏ। ਜੇਕਰ ਮਸੀਹ ਨੂੰ ਸਾਡੇ ਲਈ ਖੁਦ ਨੂੰ ਬਲੀਦਾਨ ਕਰਨਾ ਪਵੇ ਕਿਉਂਕਿ ਅਸੀਂ ਧਰਮੀ ਅਤੇ ਚੰਗੇ ਲੋਕ ਹਾਂ, ਇਸ ਲਈ ਇਸ ਸੰਸਾਰ ਵਿੱਚ ਅਸੀਂ ਸ਼ਾਇਦ ਇਸ ਦਾ ਇੱਕ ਹੋਰ ਮਾਮਲਾ ਲੱਭ ਸਕਦੇ ਹਾਂ। ਪਰ ਜਦੋਂ ਅਸੀਂ ਬਹੁਤ ਗੰਭੀਰ ਪਾਪੀ ਸੀ ਤਦ ਪਰਮੇਸ਼ਵਰ ਸਾਨੂੰ ਬਚਾਉਣ ਲਈ ਧਰਤੀ ਉੱਤੇ ਆਏ। ਜਦੋਂ ਅਸੀਂ ਪਰਮੇਸ਼ਵਰ ਦੇ ਇਸ ਮਹਾਨ ਪਿਆਰ ਬਾਰੇ ਸੋਚਦੇ ਹਾਂ ਤਾਂ ਸਿਯੋਨ ਦੇ ਸਾਰੇ ਪਰਿਵਾਰ ਦੇ ਮੈਂਬਰ ਇਕਜੁੱਟ ਹੋ ਕੇ ਇੱਕ ਸੂਰਤਾ ਵਿੱਚ ਇੱਕ ਬਣਨ ਦੇ ਯੋਗ ਹੋਣਗੇ। ਪੂਰਬ ਅਤੇ ਪੱਛਮ ਵਿਚਕਾਰ ਨਜ਼ਰੀਆ ਅਤੇ ਵਿਚਾਰਾਂ ਵਿੱਚ ਹੋਰ ਵੀ ਅੰਤਰ ਹਨ। ਭਾਵੇਂ ਮੈਂ ਇਸ ਬਿੰਦੂ ਨੂੰ ਕੁਝ ਮਹੱਤਵਪੂਰਨ ਮੰਨਦਾ ਹਾਂ, ਪਰ ਉਹ ਨਹੀਂ ਮੰਨਦੇ, ਬਲਕਿ ਉਹ ਕਿਸੇ ਦੂਸਰੀ ਚੀਜ਼ ਨੂੰ ਜ਼ਿਆਦਾ ਮਹੱਤਵਪੂਰਨ ਮੰਨਦੇ ਹਨ। ਪਰਮੇਸ਼ਵਰ ਨੇ ਸਾਨੂੰ ਪਿਆਰ ਕਰਨ ਦਾ ਹੁਕਮ ਦਿੱਤਾ ਤਾਂ ਜੋ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭਿੰਨ-ਭਿੰਨ ਸੱਭਿਆਚਾਰਾਂ 'ਚ ਰਹਿਣ ਵਾਲੇ ਮੈਂਬਰ ਇੱਕ ਹੋ ਸਕਣ। ਆਓ ਅਸੀਂ ਰੋਮੀਆ ਅਧਿਆਇ 12 ਵਚਨ 9 ਦੇਖੀਏ ਅਤੇ ਭਾਈਚਾਰੇ ਦੇ ਪਿਆਰ ਬਾਰੇ ਹੋਰ ਜਾਣੀਏ। ਪ੍ਰੇਮ ਨਿਸ਼ਕਪਟ ਹੋਵੇ, ਬੁਰਾਈ ਤੋਂ ਸੁੱਖ ਕਰੋ, ਭਲਾਈ ਨਾਲ ਮਿਲੇ ਰਹੋ, ਪਰਪਨ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ। ਅਤੇ ਹੋਰ ਸਾਨੂੰ ਕੀ ਕਰਨਾ ਚਾਹੀਦਾ ਹੈ? ਆਦਰ ਵਿੱਚ ਦੂਏ ਨੂੰ ਚੰਗਾ ਸਮਝੋ। ਵਚਨ 11, ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ, ਆਸਾ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਧਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ, ਸੰਤਾਂ ਦੀ ਲੋੜਾਂ ਦੇ ਸਾਂਝੀ ਬਣੋ, ਪਰਹੁਣਚਾਰੀ ਪੁੱਜ ਕੇ ਕਰੋ। ਇਹ ਹੁਕਮ ਵੀ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਹੈ, ਠੀਕ ਉਸੇ ਤਰ੍ਹਾਂ ਜਿਵੇਂ ਯਹੂਨਾ ਅਧਿਆਇ 13 ਵਿੱਚ ਹੈ। ਅਸੀਂ ਸੋਚ ਸਕਦੇ ਹਾਂ ਕਿ ਪਰਮੇਸ਼ਵਰ ਦੇ ਹੁਕਮ ਸਬਤ ਅਤੇ ਪਸਾ ਮਨਾਉਣ ਲਈ ਸੀਮਿਤ ਹੈ, ਪਰ ਬਾਈਬਲ ਵਿੱਚ ਪਰਮੇਸ਼ਵਰ ਦੇ ਸਾਰੇ ਵਚਨ ਪਰਮੇਸ਼ਵਰ ਦੇ ਹੁਕਮ ਹਨ। ਰੋਮੀਆ ਅਧਿਆਇ 13 ਵਚਨ 8 ਵਿੱਚ ਭਾਈਚਾਰੇ ਦੇ ਪਿਆਰ ਬਾਰੇ ਕਿਹਾ ਗਿਆ ਹੈ, ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾਂ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਦੂਏ ਨਾਲ ਪਿਆਰ ਕਰਦਾ ਹੈ ਉਹਨੇ ਕੀ ਕੀਤਾ ਹੈ? ਉਹਨੇ ਸ਼ਰ੍ਹਾਂ ਨੂੰ ਪੂਰਾ ਕੀਤਾ ਹੈ। ਅਜਿਹੀ ਦੁਨੀਆ ਵਿੱਚ ਜਿੱਥੇ ਅਸੀਂ ਇੱਕ ਦੂਸਰੇ ਨੂੰ ਸਹੀ ਢੰਗ ਨਾਲ ਸਮਝਦੇ ਹਾਂ ਅਤੇ ਭਾਈਚਾਰੇ ਦੇ ਪਿਆਰ ਸਮਝਦੇ ਹਾਂ, ਕੋਈ ਵੈਰ ਨਹੀਂ ਹੋਵੇਗਾ। ਵਚਨ 9, ਇਹ ਭਈ ਜਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ, ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭਨਾਂ ਦਾ ਤਾਤਪਰਜ ਇੰਨੀ ਗੱਲ ਵਿੱਚ ਹੈ, ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਅਜਿਹੇ ਵਿਅਕਤੀ ਲਈ ਜਿਸ ਕੋਲ ਪਿਆਰ ਹੈ, ਆਪਣੇ ਨਿੱਜੀ ਲਾਭ ਲਈ ਖੂਨ ਕਰਨਾ, ਚੋਰੀ ਕਰਨਾ, ਲਾਲਚ ਕਰਨਾ ਜਾਂ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਾ ਅਸੰਭਵ ਹੈ। ਪਿਆਰ ਵਿੱਚ ਪਰਮੇਸ਼ਵਰ ਦੇ ਸਾਰੇ ਹੁਕਮ ਸ਼ਾਮਲ ਹੈ। ਆਓ ਅਸੀਂ ਵਚਨ 10 ਵੇਖੀਏ। ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ। ਇਸ ਕਰਕੇ ਪਿਆਰ ਕੀ ਹੈ? ਸ਼ਰ੍ਹਾ ਦਾ ਪੂਰਾ ਕਰਨਾ ਹੈ। ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਜੋ ਸ਼ਰ੍ਹਾ ਦਿੱਤੀ ਹੈ ਉਸ ਨੂੰ ਪੂਰਾ ਕਰਨ ਲਈ ਸਭ ਤੋਂ ਜ਼ਰੂਰੀ ਤੱਤ ਪਿਆਰ ਹੈ। ਜਿਸ ਚਰਚ ਵਿੱਚ ਬਹੁਤ ਪਿਆਰ ਹੈ ਉਹ ਬਿਨਾਂ ਕਿਸੇ ਮੁਸ਼ਕਲ ਦੇ ਖੁਸ਼ਖਬਰੀ ਦਾ ਕੰਮ ਪੂਰਾ ਕਰ ਸਕਦਾ ਹੈ।
ਇਹ ਪੂਰੇ ਦਿਲੋਂ ਹੁੰਦਾ ਹੈ, ਕਿਉਂਕਿ ਪਰਮੇਸ਼ਵਰ ਹਮੇਸ਼ਾ ਉਸ ਚਰਚ ਨਾਲ ਹੁੰਦੇ ਹਨ। ਮੈਂਬਰ ਇੱਕ ਦੂਸਰੇ ਲਈ ਖੁਦ ਦਾ ਬਲੀਦਾਨ ਕਰਨਾ ਜਾਣਦੇ ਹੋਏ ਸਮਰਪਿਤ ਹੁੰਦੇ ਹਨ। ਉਹ ਅਸਹਿਜ ਹਾਲਤਾਂ ਵਿੱਚ ਵੀ ਸਬਰ ਰੱਖਦੇ ਹਨ। ਪਰ ਜਿਸ ਜਗ੍ਹਾ ਤੇ ਪਿਆਰ ਨਹੀਂ ਹੈ, ਲੋਕ ਖੁਦ ਦੀ ਅਸਹਿਜਤਾ, ਕਸ਼ਟਾਂ ਅਤੇ ਮੁਸ਼ਕਲਾਂ ਬਾਰੇ ਗੱਲ ਕਰਦੇ ਹਨ। ਅਜਿਹੀ ਜਗ੍ਹਾ ਤੇ ਉਹ ਇਸ ਤੇ ਵਿਚਾਰ ਨਹੀਂ ਕਰਦੇ ਕਿ ਦੂਸਰੇ ਵਿਅਕਤੀ ਕੋਲ ਕਿੰਨਾ ਮੁਸ਼ਕਲ ਸਮਾਂ ਹੋਵੇਗਾ, ਉਸ ਲਈ ਚੀਜ਼ਾਂ ਕਿੰਨੀਆਂ ਦਰਦਨਾਕ ਹੋਣਗੀਆਂ। ਇਸ ਲਈ ਅੱਜ ਪਰਮੇਸ਼ਰ ਬਾਈਬਲ ਦੁਆਰਾ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਕਹਿੰਦੇ ਹਨ, ਪਿਆਰ ਗੁਆਂਢੀ ਦੀ ਕੁਝ ਬੁਰਾਈ ਨਹੀਂ ਕਰਦਾ, ਪਿਆਰ ਗੁਆਂਢੀ ਨਾਲ ਕੁਝ ਗਲਤ ਨਹੀਂ ਕਰਦਾ। ਇਸ ਲਈ ਪਿਆਰ ਰੱਖਣਾ ਵਿਵਸਥਾ ਨੂੰ ਪੂਰਾ ਕਰਨਾ ਹੈ। ਅੱਜ ਅਸੀਂ ਆਪਣੇ ਆਤਮਿਕ ਪਰਿਵਾਰ ਦੇ ਮੈਂਬਰਾਂ ਨਾਲ ਹਾਂ। ਜਦੋਂ ਤੁਸੀਂ ਆਪਣੇ ਸ਼ਾਰੀਰਿਕ ਪਰਿਵਾਰ ਦੇ ਮੈਂਬਰਾਂ ਨੂੰ ਬਾਅਦ ਚ ਮਿਲਦੇ ਹੋ ਤਾਂ ਕਿਰਪਾ ਕਰਕੇ ਉਹਨਾਂ ਨਾਲ ਬਹੁਤ ਪਿਆਰ ਵੰਡੋ। ਖਾਸ ਕਰਕੇ ਚਰਚ ਵਿੱਚ ਸਿਯੋਨ ਦੇ ਸਾਰੇ ਮੈਂਬਰਾਂ ਨੂੰ ਪੱਕੇ ਤੌਰ ਤੇ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 13 ਵਚਨ 1 ਦੇਖੀਏ। ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਕੀ ਨਾ ਹੋਵੇ, ਪ੍ਰੇਮ ਨਾ ਹੋਵੇ, ਤਾਂ ਠਨ ਠਨ ਕਰਨ ਵਾਲਾ ਪਿੱਤਲ ਅਥਵਾ ਛਨ ਛਨ ਕਰਨ ਵਾਲੇ ਛੈਣੇ ਬਣਿਆ ਹਾਂ। ਭਾਵੇਂ ਮੈਂ ਕੁਝ ਕਹਿੰਦਾ ਹਾਂ, ਪਰ ਇਹ ਸਭ ਵਿਅਰਥ ਹੋਵੇਗਾ। ਬਾਈਬਲ ਕਹਿੰਦੀ ਹੈ, ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਨ ਠਨ ਕਰਨ ਵਾਲਾ ਪਿੱਤਲ ਅਥਵਾ ਛਨ ਛਨ ਕਰਨ ਵਾਲੇ ਛੈਣੇ ਬਣਿਆ ਹਾਂ। ਜਦ ਤੱਕ ਸਾਡੇ ਸ਼ਬਦਾਂ ਵਿੱਚ ਪਿਆਰ ਨਹੀਂ ਹੈ, ਉਹ ਸਾਰੇ ਵਿਅਰਥ ਹਨ। ਵਚਨ 2, ਅਤੇ ਭਾਵੇਂ ਮੈਨੂੰ ਅਗੰਮ-ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ, ਅਤੇ ਭਾਵੇਂ ਮੈਂ ਪੂਰੀ ਨਿਹਚਾ ਰੱਖਾਂ, ਅਜਿਹੀ ਪਈ ਪਹਾੜਾਂ ਨੂੰ ਹਟਾ ਦਿਆਂ, ਪਰ ਕੀ ਨਾ ਰੱਖਾਂ, ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ। ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੋਣ ਲਈ ਪੁੰਨ ਕਰ ਦਿਆਂ, ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਦੇ ਲਈ ਦੇ ਦਿਆਂ, ਪਰ ਕੀ ਨਾ ਰੱਖਾਂ, ਪ੍ਰੇਮ ਨਾ ਰੱਖਾਂ, ਤਾਂ ਕੁਝ ਲਾਭ ਨਹੀਂ। ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁੰਨਸ ਨਹੀਂ ਕਰਦਾ, ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂਫੂ ਨਹੀਂ ਕਰਦਾ, ਕੁਚੱਜਿਆ ਨਹੀਂ ਕਰਦਾ, ਆਪ ਸਵਾਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ। ਉਹ ਕੁਧਰਮ ਤੋਂ ਆਨੰਦਿਤ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਆਨੰਦਿਤ ਹੁੰਦਾ ਹੈ। ਸਭ ਕੁਝ ਚੱਲ ਲੈਂਦਾ, ਸਭਨਾਂ ਗੱਲਾਂ ਦੀ ਪ੍ਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪਰਮੇਸ਼ਵਰ ਨੇ ਇਹਨਾਂ ਸਾਰੇ ਗੁਣਾਂ ਨੂੰ ਸੂਚਿਤ ਕੀਤਾ ਤਾਂ ਜੋ ਸਵਰਗੀ ਲੋਕ ਪਿਆਰ ਦਾ ਅਭਿਆਸ ਕਰ ਸਕਣ। ਇਹਨਾਂ ਸਾਰੀਆਂ ਸਿੱਖਿਆਵਾਂ ਵਿੱਚ ਪਰਮੇਸ਼ਵਰ ਦੀ ਮਰਜ਼ੀ ਹੈ, ਜੋ ਇੱਕ ਦੂਸਰੇ ਨਾਲ ਪਿਆਰ ਕਰਨਾ ਅਤੇ ਇੱਕ ਦੂਸਰੇ ਨਾਲ ਇਕਜੁੱਟ ਹੋਣਾ ਹੈ। ਆਓ ਅਸੀਂ ਗਲਾਤੀਆਂ ਅਧਿਆਇ 5 ਵਚਨ 13 ਦੇਖੀਏ। ਹੇ ਭਰਾਵੋ, ਤੁਸੀਂ ਤਾਂ ਆਜ਼ਾਦੀ ਲਈ ਸੱਦੇ ਗਏ ਸਾਂ, ਪਰ ਆਪਣੀ ਆਜ਼ਾਦੀ ਨੂੰ ਸਰੀਰ ਲਈ ਔਸਰ ਜਾਣ ਕੇ ਨਾ ਵਰਤੋ, ਸਗੋਂ ਪ੍ਰੇਮ ਦੇ ਰਾਹੀਂ ਕੀ ਕਰੋ, ਇੱਕ ਦੂਏ ਦੀ ਟਹਿਲ ਸੇਵਾ ਕਰੋ। ਪਰਮੇਸ਼ਵਰ ਨੇ ਸਾਨੂੰ ਜਿਹੜਾ ਪਿਆਰ ਦੱਸਿਆ ਹੈ, ਉਹ ਦੂਸਰੇ ਉੱਤੇ ਰਾਜ ਕਰਨਾ ਨਹੀਂ ਹੈ, ਪਰ ਨਿਮਰਤਾ ਨਾਲ ਇੱਕ ਦੂਏ ਨਾਲ ਏਕਤਾ ਅਤੇ ਦੂਜਿਆਂ ਪ੍ਰਤੀ ਵਿਚਾਰ ਰੱਖਣਾ ਹੈ। ਇੱਕ ਦੂਏ ਦੇ ਦਾਸ ਬਣੋ, ਕਿਉਂ ਜੋ ਸਾਰੀ ਸ਼ਰ੍ਹਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ, ਅਰਥਾਤ ਇਸ ਵਿੱਚ ਭਾਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ। ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀ ਪਾੜ ਖਾਓ, ਤਾਂ ਵੇਖਣਾ ਭਾਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ। ਇੱਥੇ ਦਿੱਤੇ ਗਏ ਸਾਰੇ ਵਚਨਾਂ ਦਾ ਮਤਲਬ ਇਹ ਵੀ ਹੈ ਕਿ ਸਾਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ ਨਾ। ਆਓ ਅਸੀਂ ਅਫਸੀਆਂ ਅਧਿਆਇ 5 ਵਚਨ 1 ਦੇਖੀਏ। ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗੂ ਪਰਮੇਸ਼ਵਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ। ਪਰਮੇਸ਼ਵਰ ਨੇ ਸਾਡੇ ਨਾਲ ਕਿਵੇਂ ਪ੍ਰੇਮ ਕੀਤਾ? ਅਸੀਂ ਸਵਰਗ ਵਿੱਚ ਕੀਤੇ ਗਏ ਗੰਭੀਰ ਪਾਪਾਂ ਕਰਕੇ ਧਰਤੀ ਉੱਤੇ ਡਿਗਾ ਦਿੱਤੇ ਗਏ ਅਤੇ ਅਸੀਂ ਮਰਨ ਲਈ ਨਿਯੁਕਤ ਸੀ। ਪਰਮੇਸ਼ਵਰ ਅਜਿਹੇ ਪਾਪੀਆਂ ਉੱਤੇ ਦਇਆ ਕਰਦੇ ਹੋਏ ਧਰਤੀ ਉੱਤੇ ਆਏ ਅਤੇ ਬਿਨਾਂ ਕਿਸੇ ਝਿਜਕ ਦੇ ਸਲੀਬ ਉੱਤੇ ਬਲੀਦਾਨ ਕਰਨ ਲਈ ਸਾਡੇ ਸਾਰੇ ਪਾਪਾਂ ਨੂੰ ਚੁੱਕਿਆ। ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਸਾਡੇ ਪਾਪਾਂ ਨੂੰ ਚੁੱਕਦੇ ਹੋਏ ਨਹੀਂ ਬਿਤਾਇਆ? ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਭੇਂਟ ਅਤੇ ਬਲੀਦਾਨ ਕਰਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ। ਪਰ ਹਰਾਮਕਾਰੀ ਅਤੇ ਹਰ ਪਾਨ ਦੇ ਗੰਦਮੰਦ
ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉ ਵੀ ਨਾ ਹੋਵੇ, ਜਿਵੇਂ ਸੰਤਾਂ ਨੂੰ ਜੋਗ ਹੈ, ਅਤੇ ਨਾ ਬੇਸ਼ਰਮੀ, ਨਾ ਮੂੜ ਬਚਨ ਅਥਵਾ ਠੱਠੇਬਾਜ਼ੀ ਜੋ ਅਜੋਗ ਹਨ, ਧੰਨਵਾਦ ਹੋਇਆ ਕਰੇ। ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕਾ ਜਾਣਦੇ ਹੋ, ਭਾਈ ਕਿਸੇ ਹਰਾਮਕਾਰੀ, ਅੰਪ੍ਰਿਸ਼ਟੀ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਧਿਕਾਰੀ ਨਹੀਂ। ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਨਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ। ਕਿਉਂ ਜੋ ਤੁਸੀਂ ਅੱਗੇ ਹਨੇਰਾ ਸਾਓ, ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ। ਤੁਸੀਂ ਚਾਨਣ ਦੇ ਪੁੱਤਰਾਂ ਵਾਂਗ ਚਲੋ। ਜੋਤੀ ਦੀ ਸੰਤਾਨਾਂ ਨੂੰ ਪਿਆਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਪਿਆਰ ਵਿੱਚ ਇਕਜੁੱਟ ਹੋਣਾ ਚਾਹੀਦਾ ਹੈ। ਇਹ ਸਭ ਸੰਭਵ ਹੈ ਕਿਉਂਕਿ ਅਸੀਂ ਕਿਸ ਦੇ ਵਰਗੇ ਹਾਂ। ਅਫਸੀਆਂ ਅਧਿਆਇ 5 ਵਚਨ 1 ਵਿੱਚ ਕਿਹਾ ਗਿਆ ਹੈ, ਸੋ ਤੁਸੀਂ ਪਿਆਰੇ ਪੁੱਤਰਾਂ ਵਾਂਗੂ ਪਰਮੇਸ਼ਵਰ ਦੀ ਰੀਸ ਕਰੋ। ਆਓ ਅਸੀਂ ਆਪਣੇ ਜੀਵਨ ਨੂੰ ਉਸੇ ਤਰ੍ਹਾਂ ਬਿਤਾਈਏ ਜਿਵੇਂ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਹੈ। ਸਾਡਾ ਚਰਿੱਤਰ, ਸੁਭਾਅ ਅਤੇ ਜੀਵਨ ਸ਼ੈਲੀ ਜਿਸ ਦੇ ਅਸੀਂ ਆਦੀ ਹਾਂ, ਉਹ ਉਸ ਤੋਂ ਆਇਆ ਹੈ ਜੋ ਅਸੀਂ ਇਸ ਸੰਸਾਰ ਤੋਂ ਸਿੱਖਿਆ ਹੈ। ਇਸ ਤਰ੍ਹਾਂ ਜੀਂਦੇ ਹੋਏ ਅਸੀਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਉਲਟ ਤਰੀਕੇ ਸਿੱਖੇ ਹਨ। ਹੁਣ ਤੋਂ ਜਿਸ ਕਿਸੇ ਨਾਲ ਵੀ ਅਸੀਂ ਮਿਲੀਏ, ਆਓ ਅਸੀਂ ਦੁਨੀਆ ਦੇ ਸਾਰੇ ਲੋਕਾਂ ਤੇ ਦਇਆ ਕਰੀਏ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਪਿਆਰ ਕਰੀਏ। ਕੋਈ ਫਰਕ ਨਹੀਂ ਪੈਂਦਾ ਕਿ ਸਾਨੂੰ ਕੌਣ ਦੇਖਦਾ ਹੈ। ਇਹ ਸਾਡੇ ਬਾਰੇ ਕਿਆ ਜਾਣਨਾ ਚਾਹੀਦਾ ਹੈ, ਕਿਉਂਕਿ ਉਹ ਚਰਚ ਆਫ ਗੋਡ ਵਿੱਚ ਜਾਂਦੇ ਹਨ। ਇਸ ਲਈ ਉਹ ਦੂਜਿਆਂ ਲਈ ਪਿਆਰ ਅਤੇ ਸੋਚ ਨਾਲ ਭਰੇ ਹੋਏ ਹਨ। ਜਦੋਂ ਅਸੀਂ ਇਹ ਸ਼ਬਦ ਸੁਣਦੇ ਹਾਂ ਕਿ ਅਸੀਂ ਸਮਾਜ ਵਿੱਚ ਰਹਿੰਦੇ ਹੋਏ ਪਰਮੇਸ਼ਵਰ ਦੀ ਸੱਚੀ ਸੰਤਾਨ ਕਹਾਉਣ ਦੇ ਯੋਗ ਨਹੀਂ ਪਾਏ ਜਾਂਦੇ, ਧਰਤੀ ਤੇ ਕਿਸੇ ਚੀਜ਼ ਨੂੰ ਥੋੜਾ ਜਿਹਾ ਗਾਉਣਾ ਠੀਕ ਹੈ, ਪਰ ਸਾਨੂੰ ਸਵਰਗ ਵਿੱਚੋਂ ਸਭ ਤੋਂ ਛੋਟੀ ਜਿਹੀ ਚੀਜ਼ ਨੂੰ ਵੀ ਨਹੀਂ ਗਾਉਣਾ ਚਾਹੀਦਾ। ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਭਰਾਵਾਂ ਤੇ ਭੈਣਾਂ ਨਾਲ ਪੂਰੇ ਦਿਲ ਤੋਂ ਪਿਆਰ ਕਰਦੇ ਹੋਏ ਆਓ ਅਸੀਂ ਜ਼ਿਆਦਾ ਮਾਤਰਾ ਵਿੱਚ ਸਵਰਗੀ ਆਸ਼ੀਸ਼ਾਂ ਨੂੰ ਪ੍ਰਾਪਤ ਕਰੀਏ। ਆਓ ਅਸੀਂ ਕੁਲੂਸੀਓ ਅਧਿਆਇ 3 ਵਚਨ 12 ਦੇਖੀਏ। ਸੋ ਤੁਸੀਂ ਪਰਮੇਸ਼ਵਰ ਦੀਆਂ ਚੁਣੀਆਂ ਹੋਈਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ ਕਰ ਦੇਵੇ। ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ, ਤਿਵੇਂ ਤੁਸੀਂ ਵੀ ਕਰੋ। ਅਤੇ ਇਹਨਾਂ ਸਭਨਾਂ ਦੇ ਉੱਤੋਂ ਦੀ ਕਿਸ ਨੂੰ ਬੰਧਨਾ ਹੈ? ਪ੍ਰੇਮ ਨੂੰ ਪਾ ਲਓ, ਜਿਹੜਾ ਸੰਪੂਰਨਤਾਈ ਦਾ ਬੰਧ ਹੈ। ਜਦੋਂ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ ਤਾਂ ਕੁਝ ਵੀ ਪਿੱਛੇ ਨਾ ਰੱਖੋ ਅਤੇ ਇਹਨਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ, ਜਿਹੜਾ ਸੰਪੂਰਨਤਾਈ ਦਾ ਬੰਧ ਹੈ। ਆਓ ਅਸੀਂ ਵਚਨ 15 ਨਾਲ ਜਾਰੀ ਰਹੀਏ। ਅਤੇ ਮਸੀਹ ਦੀ ਸ਼ਾਂਤ ਜਿਹਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ, ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ। ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ ਤੇ ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਾਇਆ ਕਰੋ ਅਤੇ ਕਿਰਪਾ ਨਾਲ ਪਰਮੇਸ਼ਵਰ ਨੂੰ ਆਪਣੇ ਮਨਾਂ ਵਿੱਚ ਗਾਇਆ ਕਰੋ। ਅਤੇ ਸਭ ਜੋ ਕੁਝ ਤੁਸੀਂ ਕਰੋ, ਭਾਵੇਂ ਬਚਨ ਭਾਵੇਂ ਕਰਮ, ਸਭੋ ਹੀ ਪ੍ਰਭੂ ਯੀਸ਼ੂ ਦੇ ਨਾਮ ਉੱਤੇ ਕਰੋ ਔਰ ਉਹਦੇ ਰਾਹੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ। ਹਾਲਾਤ ਜਿਸ ਤਰ੍ਹਾਂ ਦੇ ਵੀ ਹੋਣ, ਆਓ ਅਸੀਂ ਦੂਸਰੇ ਵਿਅਕਤੀ ਦੇ ਹਾਲਾਤਾਂ ਬਾਰੇ ਸੋਚੀਏ। ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ ਅਤੇ ਮਾਫ ਕਰੋ, ਇਕਜੁੱਟ ਰਹੋ ਅਤੇ ਧੰਨਵਾਦ ਦਿਓ। ਪਰਮੇਸ਼ਵਰ ਸਾਨੂੰ ਬਾਈਬਲ ਵਿੱਚ ਕਈ ਸ਼ਬਦਾਂ ਦੁਆਰਾ ਇਹ ਸਭ ਸਿਖਾਉਂਦੇ ਹਨ। ਪਰਮੇਸ਼ਵਰ ਦੀਆਂ ਸੰਤਾਨਾਂ ਵਿੱਚੋਂ ਹਰ ਇੱਕ ਨੂੰ ਇਹਨਾਂ ਸਾਰੇ ਹੁਕਮਾਂ ਦਾ ਚੰਗੀ ਤਰ੍ਹਾਂ ਪਾਲਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਜੀਵਨ ਜੀਣਾ ਸਵਰਗੀ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਮਾਨਕ ਹੈ। ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੇ ਹੋਏ ਤੁਹਾਡੇ ਸਾਹਮਣੇ ਆਉਣ ਵਾਲੇ ਸਾਰੇ ਅਣਉਚਿਤ ਹਾਲਾਤ ਅਤੇ ਨੁਕਸਾਨਾਂ ਲਈ ਤੁਹਾਨੂੰ 1000 ਜਾਂ 10,000 ਗੁਣਾ ਜ਼ਿਆਦਾ ਇਨਾਮ ਦਿੱਤਾ ਜਾਵੇਗਾ। ਆਓ ਅਸੀਂ ਅਯੂਬ ਦੇ ਮਾਮਲੇ ਉੱਤੇ ਗੌਰ ਕਰੀਏ। ਪਰਮੇਸ਼ਵਰ ਦੀ ਮਰਜ਼ੀ ਦਾ ਪਾਲਨ ਕਰਦੇ ਹੋਏ ਅਯੂਬ ਨੇ ਕਿੰਨਾ ਕਿਰਪਾ ਨਾਲ ਭਰਪੂਰ ਅਤੇ ਇਮਾਨਦਾਰੀ ਨਾਲ ਜੀਵਨ ਬਿਤਾਇਆ। ਭਾਵੇਂ ਸ਼ੈਤਾਨ ਨੇ ਅਯੂਬ ਲਈ ਰੁਕਾਵਟ ਅਤੇ ਉਸ ਉੱਤੇ ਪਰੇਸ਼ਾਨੀ ਪਾਈ, ਫਿਰ ਵੀ ਉਸਨੇ ਅੰਤ ਤੱਕ ਅਜਿਹੇ ਪਰਤਾਵੇ ਦੇ ਅਧੀਨ ਆਪਣੀ ਖਰਾਈ ਬਣਾਈ ਰੱਖੀ।
ਬਾਅਦ ਵਿੱਚ ਪਰਮੇਸ਼ਵਰ ਨੇ ਉਸ ਨੂੰ ਉਸ ਦਾ ਗੁਆਚਿਆ ਹੋਇਆ ਸਭ ਕੁਝ ਵਾਪਸ ਕੀਤਾ ਅਤੇ ਉਸ ਨੂੰ ਪਹਿਲੇ ਦੀ ਤੁਲਨਾ ਵਿੱਚ 2 ਗੁਣਾ ਆਸ਼ੀਸ਼ ਦਿੱਤੀ। ਅਸੀਂ ਇਹ ਸਭ ਅਯੂਬ ਦੀ ਕਿਤਾਬ ਤੋਂ ਸਿੱਖ ਸਕਦੇ ਹਾਂ। ਜੇ ਅਸੀਂ ਇਸ ਤਰ੍ਹਾਂ ਰਹਿੰਦੇ ਹਾਂ ਤਾਂ ਸਾਨੂੰ ਮੂਰਖ ਕਿਹਾ ਜਾਵੇਗਾ। ਭਾਵੇਂ ਇਸ ਸੰਸਾਰ ਵਿੱਚ ਰਹਿੰਦੇ ਹੋਏ ਸਾਡੇ ਨਾਲ ਅਜਿਹਾ ਵਿਹਾਰ ਕੀਤਾ ਜਾ ਸਕਦਾ ਹੈ, ਪਰ ਪਰਮੇਸ਼ਵਰ ਅਤੇ ਸਵਰਗਦੂਤ ਸਾਨੂੰ ਇਹ ਕਹਿੰਦੇ ਹੋਏ ਦਿਲਾਸਾ ਦੇਣਗੇ ਕਿ ਤੁਸੀਂ ਅਸਲ ਵਿੱਚ ਆਪਣੇ ਪਾਪਾਂ ਦਾ ਪ੍ਰਾਇਸ਼ਚਿਤ ਕਰ ਰਹੇ ਹੋ। ਜਦੋਂ ਅਸੀਂ ਸਵਰਗ ਜਾਵਾਂਗੇ ਤਦ ਪਰਮੇਸ਼ਵਰ ਸਾਨੂੰ ਸਭ ਤੋਂ ਵੱਡੀ ਆਸ਼ੀਸ਼ ਦੇਣਗੇ। ਭਾਵੇਂ ਅਸੀਂ ਪਰਮੇਸ਼ਵਰ ਦੀ ਉਮੀਦ ਦੇ ਪੱਧਰ ਤੇ ਨਹੀਂ ਪਹੁੰਚੇ ਹਾਂ, ਪਰ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਵਚਨ ਅਤੇ ਹੁਕਮ ਪਰਮੇਸ਼ਵਰ ਵੱਲੋਂ ਆਉਂਦੇ ਹਨ। ਤਦ ਕਿ ਸਾਨੂੰ ਉਹਨਾਂ ਦਾ ਪਾਲਨ ਨਹੀਂ ਕਰਨਾ ਚਾਹੀਦਾ। ਮੈਨੂੰ ਆਸ ਹੈ ਕਿ ਅਸੀਂ ਸਾਰੇ ਜਗਤ ਦਾ ਨਮਕ ਅਤੇ ਜੋਤੀ ਬਣ ਸਕਦੇ ਹਾਂ, ਤਾਂ ਜੋ ਅਸੀਂ ਸਵਰਗੀ ਸੰਤਾਨਾਂ ਦੇ ਰੂਪ ਵਿੱਚ ਇਸ ਦੁਨੀਆ ਨੂੰ ਸ਼ੁੱਧ ਕਰ ਸਕੀਏ। ਆਓ ਅਸੀਂ ਪਹਿਲਾ ਯਹੂਨਾ ਅਧਿਆਇ 2 ਵਚਨ 8 ਦੇਖੀਏ। ਫਿਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ, ਅਤੇ ਇਹ ਗੱਲ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿ ਉਹ ਜੋ ਹਨੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ। ਉਹ ਜਿਹੜਾ ਆਖਦਾ ਹੈ ਭਾਈ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ, ਸੋ ਅਜੇ ਤੱਕ ਹਨੇਰੇ ਵਿੱਚ ਹੀ ਹੈ। ਉਹ ਜਿਹੜਾ ਆਖਦਾ ਹੈ ਭਾਈ ਮੈਂ ਸੱਚਾਈ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ, ਸੋ ਅਜੇ ਤੱਕ ਹਨੇਰੇ ਵਿੱਚ ਹੀ ਹੈ। ਵਚਨ 10, ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਰੱਖਦਾ ਹੈ ਸੋ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ, ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਭਾਈ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ, ਇਸ ਲਈ ਜੋ ਹਨੇਰੇ ਨੇ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਹਨ। ਸਾਰੇ ਲੋਕੋ, ਜੇਕਰ ਅਸੀਂ ਨਵਾਂ ਹੁਕਮ ਅਰਥਾਤ ਨਵੇਂ ਨੇਮ ਦਾ ਪਾਲਨ ਕਰਦੇ ਹੋਏ ਜੀਵਨ ਜੀ ਰਹੇ ਹਾਂ, ਫਿਰ ਸਾਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਭਾਵੇਂ ਦੂਸਰੇ ਆਪਣੇ ਆਪੇ ਤੋਂ ਬਾਹਰ ਹੋ ਜਾਣ, ਪਰ ਸਾਨੂੰ ਉਹਨਾਂ ਨਾਲ ਪਿਆਰ ਕਰਨ ਲਈ ਕਿਹਾ ਗਿਆ ਹੈ। ਇਸ ਸਿੱਖਿਆ ਨੂੰ ਅਮਲ ਵਿੱਚ ਲਿਆਉਣਾ ਕਿੰਨਾ ਔਖਾ ਹੈ। ਸਿਓਨ ਦੇ ਮੈਂਬਰਾਂ ਦੇ ਰੂਪ ਵਿੱਚ ਆਪਣੀ ਖੁਦ ਦੀ ਸਲੀਬ ਨੂੰ ਚੁੱਕ ਕੇ ਸਵਰਗ ਦੇ ਸਦੀਪਕ ਰਾਜ ਵੱਲ ਚੱਲਦੇ ਹੋਏ ਸਾਨੂੰ ਨਕਾਰਾਤਮਕ ਹਾਲਾਤਾਂ ਵਿੱਚ ਵੀ ਧੰਨਵਾਦ ਦੇਣਾ ਜਾਰੀ ਰੱਖਣਾ ਚਾਹੀਦਾ ਹੈ। ਸਾਨੂੰ ਇੱਕ ਦੂਸਰੇ ਪ੍ਰਤੀ ਵੀ ਵਿਚਾਰਸ਼ੀਲ ਹੋਣਾ ਚਾਹੀਦਾ ਹੈ। ਦੁਨੀਆ ਦੇ ਲੋਕ ਸਾਡੇ ਜੀਵਨ ਦੇ ਤਰੀਕੇ ਲਈ ਸਾਡੀ ਪ੍ਰਸ਼ੰਸਾ ਕਰਦੇ ਹਨ। ਚਰਚ ਆਫ ਗॉड ਦੀ ਸਿੱਖਿਆ ਅਤੇ ਸਿਧਾਂਤ ਦੁਨੀਆ ਦੀਆਂ ਸਿੱਖਿਆਵਾਂ ਤੋਂ ਅਲੱਗ ਹਨ। ਅਸੀਂ ਉਹਨਾਂ ਬਾਰੇ ਜ਼ਿਆਦਾ ਨਹੀਂ ਜਾਣਦੇ, ਪਰ ਚਰਚ ਦੇ ਸਾਰੇ ਮੈਂਬਰ ਸੁਹਾਵਣੇ ਅਤੇ ਕੋਮਲ ਦਿਖਾਈ ਦਿੰਦੇ ਹਨ। ਉਹਨਾਂ ਦੀ ਕੋਮਲਤਾ ਉਹਨਾਂ ਦੇ ਚਿਹਰੇ ਤੇ ਦਿਖਾਈ ਦਿੰਦੀ ਹੈ ਅਤੇ ਉਹਨਾਂ ਦੇ ਕੰਮਾਂ ਤੋਂ ਸਾਫ਼ ਪ੍ਰਗਟ ਹੁੰਦੀ ਹੈ। ਅੱਜ ਕੱਲ੍ਹ ਅਸੀਂ ਅਕਸਰ ਆਪਣੇ ਗੁਆਂਢੀਆਂ ਨੂੰ ਇਹ ਸ਼ਬਦ ਕਹਿੰਦੇ ਹੋਏ ਸੁਣ ਸਕਦੇ ਹਾਂ। ਨਾ ਸਿਰਫ ਇੱਥੇ ਬਲਕਿ ਸਾਰਿਆਂ ਦੇਸ਼ਾਂ ਵਿੱਚ ਵੀ ਅਜਿਹਾ ਹੈ। ਪੂਰੀ ਦੁਨੀਆ ਵਿੱਚ ਸਾਡੇ ਚਰਚ ਆਫ ਗॉड ਦੀ ਸਥਾਪਨਾ ਭਾਵੇਂ ਕਿਸੇ ਵੀ ਖੇਤਰ ਵਿੱਚ ਹੋਈ ਹੋਵੇ, ਉਹ ਜਗ੍ਹਾ ਬਹੁਤ ਚਮਕਦੀ ਹੈ। ਸਾਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਥੋੜਾ ਥੋੜਾ ਕਰਕੇ ਅਮਲ ਵਿੱਚ ਲਿਆਉਣ ਦੀ ਲੋੜ ਹੈ। ਅੱਜ 1 ਵਾਰ, ਕੱਲ 2 ਵਾਰ ਅਤੇ ਪਰਸੋਂ 3 ਵਾਰ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਹਰ ਦਿਨ ਜੋਤੀ ਦੀਆਂ ਸੰਤਾਨਾਂ ਦੇ ਰੂਪ ਵਿੱਚ ਬਦਲਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਉਹ ਸਵਰਗ ਵਿੱਚ ਆਪਣੇ ਸਿੰਘਾਸਨ ਨੂੰ ਪਿੱਛੇ ਛੱਡ ਕੇ ਧਰਤੀ ਉੱਤੇ ਆਏ। ਸਾਡੇ ਬਦਲੇ ਉਹਨਾਂ ਨੇ ਸਾਡੇ ਸਾਰੇ ਪਾਪਾਂ ਨੂੰ ਚੁੱਕਿਆ ਅਤੇ ਸਲੀਬ ਦੇ ਦੁੱਖ ਨੂੰ ਸਹਿਨ ਕੀਤਾ, ਕਿਉਂਕਿ ਪਰਮੇਸ਼ਵਰ ਨੇ ਇਸ ਤਰ੍ਹਾਂ ਸਾਡੇ ਲਈ ਆਪਣੇ ਪਿਆਰ ਨੂੰ ਦਿਖਾਇਆ। ਫਿਰ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਉਹਨਾਂ ਦੇ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ, ਗੁੱਸੇ ਨਾਲ ਭੜਕੇ ਇੱਕ ਬੌਸ ਨੇ ਸਾਡੇ ਭਰਾ ਨੂੰ ਕੰਪਨੀ ਦੇ ਖਾਣੇ ਦੌਰਾਨ ਇੱਕ ਪੀਣ ਦੀ ਪੇਸ਼ਕਸ਼ ਕੀਤੀ, ਪਰ ਸਾਡੇ ਭਰਾ ਨੇ ਹਲੀਮੀ ਨਾਲ ਇਸ ਨੂੰ ਅਸਵੀਕਾਰ ਕਰਦੇ ਹੋਏ ਕਿਹਾ, ਮੈਂ ਚਰਚ ਜਾਂਦਾ ਹਾਂ, ਮੈਂ ਸ਼ਰਾਬ ਨਹੀਂ ਪੀਂਦਾ। ਜਦੋਂ ਉਹਨਾਂ ਦਾ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਗਿਆ, ਤਦ ਬੌਸ ਨੇ ਸਾਡੇ ਭਰਾ ਨੂੰ ਥੱਪੜ ਮਾਰ ਦਿੱਤਾ। ਇਹ ਕਿੰਨਾ ਬੇਇਨਸਾਫ ਅਤੇ ਅਣਉਚਿਤ ਹੈ। ਅਜਿਹਾ ਇਸ ਲਈ ਨਹੀਂ ਸੀ ਕਿ ਉਸਨੇ ਕੁਝ ਗਲਤ ਕੀਤਾ ਸੀ। ਉਹ ਹੋਰ ਜ਼ਿਆਦਾ ਉੱਥੇ ਨਹੀਂ ਰੁਕ ਸਕਿਆ। ਉਹ ਵਾਪਸ ਘਰ ਚਲਿਆ ਗਿਆ ਅਤੇ ਉਸਨੇ ਉਸ ਤੇ ਵਿਚਾਰ ਕੀਤਾ ਕਿ ਮੈਨੂੰ ਇਸ ਕੰਪਨੀ ਵਿੱਚ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਹ ਤੁਰੰਤ ਆਪਣਾ ਅਸਤੀਫਾ ਦੇਣਾ ਚਾਹੁੰਦਾ ਸੀ। ਦੂਸਰੇ ਪਾਸੇ ਇਹ ਦੇਖਦੇ ਹੋਏ ਕਿ ਪਰਮੇਸ਼ਵਰ ਦੀਆਂ ਸਿੱਖਿਆਵਾਂ ਮੌਜੂਦ ਹਨ, ਉਸਨੇ ਵਾਰ-ਵਾਰ ਉਸ ਤੇ ਵਿਚਾਰ ਕੀਤਾ। ਜਦ ਯੀਸ਼ੂ ਨੇ ਬੇਇਨਸਾਫੀ ਨਾਲ ਸਲੀਬ ਦਿੱਤੀ ਜਾਣ ਦਾ ਦੁੱਖ ਮਹਿਸੂਸ ਕੀਤਾ, ਤਦ ਉਹਨਾਂ ਲਈ ਇਹ ਕਿੰਨਾ ਬੇਇਨਸਾਫ ਅਤੇ ਦੁਖਦਾਈ ਸੀ। ਫਿਰ ਇੱਕ ਈਸਾਈ ਦੇ ਰੂਪ ਵਿੱਚ ਕਿ ਮੇਰੇ ਲਈ ਇਹ ਰਵੱਈਆ ਰੱਖਣਾ ਸਹੀ ਹੈ, ਕਿਉਂਕਿ ਮੈਨੂੰ 1 ਵਾਰ ਥੱਪੜ ਮਾਰਿਆ ਗਿਆ ਸੀ। ਇਸ ਤਰ੍ਹਾਂ ਸੋਚਦੇ ਹੋਏ ਕੁਝ ਦਿਨਾਂ ਤੱਕ ਘਰ ਵਿੱਚ ਰਹਿਣ ਤੋਂ ਬਾਅਦ ਉਹ ਸਿੱਟੇ ਉੱਤੇ ਆਇਆ। ਇਸ ਦੌਰਾਨ ਕੰਪਨੀ ਦੇ ਬੌਸ ਨੇ
ਮਾਮਲੇ ਨੂੰ ਲੈ ਕੇ ਇੱਕ ਅਨੁਸ਼ਾਸੀ ਕਮੇਟੀ ਬਣਾਈ ਅਤੇ ਉਹ ਆਪਣੀ ਨੌਕਰੀ ਗਵਾਉਣ ਦੇ ਕਿਨਾਰੇ ਸੀ ਕਿਉਂਕਿ ਉਹ ਆਪਣੇ ਇੱਕ ਅਧੀਨ ਅਧਿਕਾਰੀ ਨਾਲ ਹਿੰਸਕ ਹੋ ਗਿਆ ਸੀ। ਇਹ ਪਤਾ ਲੱਗਣ ਤੋਂ ਬਾਅਦ ਸਾਡਾ ਭਰਾ ਕੰਮ ਤੇ ਗਿਆ ਅਤੇ ਆਪਣੇ ਬੌਸ ਨੂੰ ਬਚਾਉਣ ਦਾ ਵਾਅਦਾ ਕੀਤਾ ਜਿਸ ਨੇ ਉਸ ਨੂੰ ਥੱਪੜ ਮਾਰਿਆ ਸੀ। ਮੈਂ ਉਹਨਾਂ ਦੀ ਅਧੀਨਗੀ ਹਾਂ ਅਤੇ ਮੈਂ ਉਸ ਦੀ ਗੱਲ ਨਹੀਂ ਮੰਨੀ, ਉਸ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਇਸ ਲਈ ਜੇ ਕੋਈ ਗਲਤ ਸੀ ਤਾਂ ਉਹ ਮੈਂ ਹੀ ਸੀ ਜਿਸ ਨੇ ਗਲਤ ਕੀਤਾ, ਭਾਵੇਂ ਉਹਨਾਂ ਨੇ ਮੈਨੂੰ ਥੱਪੜ ਮਾਰਿਆ ਹੋਵੇ। ਅਨੁਸ਼ਾਸਨੀ ਕਮੇਟੀ ਤੋਂ ਸਾਡਾ ਭਰਾ ਹਰ ਮੈਂਬਰ ਨੂੰ ਮਿਲਿਆ ਅਤੇ ਉਹਨਾਂ ਨੂੰ ਕਿਹਾ, ਕਿਰਪਾ ਕਰਕੇ ਬਾਹਰ ਨਾ ਕੱਢੋ, ਇਹ ਸਾਡੀ ਕੰਪਨੀ ਲਈ ਇੱਕ ਵੱਡਾ ਨੁਕਸਾਨ ਹੋਵੇਗਾ। ਉਹ ਬਹੁਤ ਸਮਰਥੀ ਹਨ। ਅੰਤ ਵਿੱਚ ਅਨੁਸ਼ਾਸਨੀ ਕਮੇਟੀ ਦੁਆਰਾ ਬੌਸ ਨੂੰ ਮਾਫ ਕਰ ਦਿੱਤਾ ਗਿਆ ਅਤੇ ਉਹ ਉੱਥੇ ਕੰਮ ਕਰਨਾ ਜਾਰੀ ਰੱਖ ਸਕਿਆ। ਜਿਸ ਬੌਸ ਨੇ ਉਸ ਨੂੰ ਥੱਪੜ ਮਾਰਿਆ, ਉਸਨੇ ਖੁਦ ਸੋਚਿਆ ਕਿ ਇਸ ਤਰ੍ਹਾਂ ਦਾ ਵਿਅਕਤੀ ਅਸਲ 'ਚ ਦੁਨੀਆ ਵਿੱਚ ਮੌਜੂਦ ਹੈ। ਉਸ ਲਈ ਆਪਣਾ ਗੁੱਸਾ ਜ਼ਾਹਰ ਕਰਨਾ ਅਤੇ ਮੇਰੇ ਖਿਲਾਫ ਦੋਸ਼ ਲਗਾਉਣਾ ਸੁਭਾਵਿਕ ਹੈ ਕਿਉਂਕਿ ਮੈਂ ਉਸ ਨੂੰ ਥੱਪੜ ਮਾਰਿਆ। ਇਸ ਦੇ ਬਜਾਏ ਉਸਨੇ ਮੈਨੂੰ ਕੱਢਣ ਤੋਂ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ। ਜੇਕਰ ਮੈਂ ਉਸ ਦੀ ਜਗ੍ਹਾ ਹੁੰਦਾ ਤਦ ਕੀ ਮੈਂ ਅਜਿਹਾ ਕਰ ਸਕਦਾ ਸੀ? ਉਸਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਸ ਅਧੀਨਗੀ ਵਾਲੇ ਵਿਅਕਤੀ ਲਈ ਅਜਿਹਾ ਕਰਨਾ ਕਿਵੇਂ ਸੰਭਵ ਹੋ ਸਕਦਾ ਸੀ। ਆਖਰਕਾਰ ਉਸ ਨੂੰ ਪਤਾ ਲੱਗਿਆ ਕਿ ਇਹ ਇਸ ਲਈ ਸੀ ਕਿਉਂਕਿ ਉਹ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਕਰਦਾ ਹੈ। ਭਾਵੇਂ ਬੌਸ ਪਹਿਲਾ ਚਰਚ ਨਹੀਂ ਗਿਆ ਸੀ, ਪਰ ਆਖਰਕਾਰ ਉਸਨੇ ਪਰਮੇਸ਼ਵਰ ਨੂੰ ਜਾਣਿਆ ਅਤੇ ਅਧੀਨਗੀ ਰੱਖਣ ਵਾਲੇ ਵਿਅਕਤੀ ਨੂੰ ਧੰਨਵਾਦ ਦਿੱਤਾ। ਬਾਅਦ ਵਿੱਚ ਉਸਨੇ ਇਸ ਬਾਰੇ ਇਕਬਾਲ ਕੀਤਾ ਕਿ ਉਸਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਕਿਵੇਂ ਸ਼ੁਰੂ ਕੀਤਾ। ਇਹਨਾਂ ਦਿਨਾਂ ਵਿੱਚ ਚਾਹੇ ਉਹ ਚਰਚ ਵਿੱਚ ਹੋਣ ਜਾਂ ਫਿਰ ਸਮਾਜ ਵਿੱਚ, ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਣਉਚਿਤ ਹਾਲਾਤਾਂ ਦਾ ਸਾਹਮਣਾ ਕਰਨ ਤੇ ਉਸ ਨੂੰ ਸਹਿਨ ਨਹੀਂ ਕਰ ਪਾਉਂਦੇ, ਹੈ ਨਾ? ਯੀਸ਼ੂ ਨਾਲ ਕਿੰਨਾ ਝੂਠਾ ਅਤੇ ਗਲਤ ਵਿਹਾਰ ਕੀਤਾ ਗਿਆ। ਅਸੀਂ ਪਾਪੀ ਸਲੀਬ ਦੇ ਦੰਡ ਦੇ ਲਾਇਕ ਹਾਂ, ਪਰ ਯੀਸ਼ੂ ਜੋ ਨਿਰਦੋਸ਼ ਸੀ, ਉਹਨਾਂ ਨੇ ਸਾਡੇ ਬਦਲੇ ਸਲੀਬ ਚੁੱਕੀ ਅਤੇ ਸਾਰੇ ਲੋਕਾਂ ਦੀ ਨਿੰਦਾ ਅਤੇ ਤਿਰਸਕਾਰ ਨੂੰ ਸਹਿਨ ਕੀਤਾ। ਉਹਨਾਂ ਨੇ ਯੀਸ਼ੂ ਤੇ ਥੁੱਕਿਆ, ਉਹਨਾਂ ਨੂੰ ਘਸੁੰਨ ਮਾਰੇ ਅਤੇ ਥੱਪੜ ਵੀ ਮਾਰੇ। ਬਹੁਤ ਸਾਰੀਆਂ ਅਪਮਾਨਜਨਕ ਟਿੱਪਣੀਆਂ ਨੂੰ ਸੁਣਦੇ ਹੋਏ ਉਹ ਸਲੀਬ ਉੱਤੇ ਚੜਾਏ ਗਏ। ਉਹ ਮੇਰੇ ਵਰਤਮਾਨ ਦੁੱਖ ਦੀ ਤੁਲਨਾ ਵਿੱਚ ਕਿੰਨਾ ਜ਼ਿਆਦਾ ਦਰਦਨਾਕ ਰਿਹਾ ਹੋਵੇਗਾ। ਪਰਮੇਸ਼ਰ ਬਾਰੇ ਸੋਚਦੇ ਹੋਏ ਉਹ ਆਪਣੇ ਹੋਸ਼ 'ਚ ਆਇਆ। ਪਹਿਲਾਂ ਤਾਂ ਸਾਡੇ ਭਰਾ ਨੇ ਸਿਰਫ ਆਪਣੇ ਬੌਸ ਦੇ ਅਣਉਚਿਤ ਵਿਵਹਾਰ ਬਾਰੇ ਸੋਚਿਆ ਅਤੇ ਇਸ ਨੂੰ ਸਹਿਨ ਤੋਂ ਬਾਹਰ ਮੰਨਿਆ, ਪਰ ਜਦੋਂ ਯੀਸ਼ੂ ਮਸੀਹ ਬਾਰੇ ਸੋਚਿਆ ਤਾਂ ਉਸਨੇ ਖੁਦ ਨੂੰ ਕਿਹਾ, ਮੂੰਹ ਤੇ ਇੱਕ ਥੱਪੜ ਕੁਝ ਵੀ ਨਹੀਂ ਹੈ। ਯੀਸ਼ੂ ਨਿਰਦੋਸ਼ ਹੋਣ ਦੇ ਬਾਵਜੂਦ ਵੀ ਮਾੜੀਆਂ ਪਰੇਸ਼ਾਨੀਆਂ ਵਿੱਚੋਂ ਨਹੀਂ ਲੰਘੇ। ਬੌਸ ਦੇ ਬਾਰੇ ਕੀ ਉਸ ਕੋਲ ਜ਼ਮੀਰ ਨਹੀਂ ਹੈ? ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਨੇ ਕਿੰਨਾ ਗਲਤ ਵਿਹਾਰ ਕੀਤਾ ਹੈ। ਆਪਣੀ ਅਧੀਨਗੀ ਦੀ ਦ੍ਰਿੜਤਾ ਕਰਕੇ ਅਤੇ ਸਬਰ ਅਤੇ ਪਿਆਰ ਕਰਕੇ ਉਹ ਸੋਚਣ ਲੱਗਿਆ, ਜਿਸ ਚਰਚ ਵਿੱਚ ਉਹ ਜਾਂਦਾ ਹੈ ਉਸ ਚਰਚ ਵਿੱਚ ਜਾਣਾ ਯੋਗ ਹੋਵੇਗਾ। ਇਸ ਤਰ੍ਹਾਂ ਇੱਕ ਫਲ ਪੈਦਾ ਹੋਇਆ। ਅੱਜ ਵੀ ਬਹੁਤ ਆਤਮਾਵਾਂ ਹਨ ਜੋ ਮਸੀਹ ਦੇ ਪਿਆਰ ਨੂੰ ਨਹੀਂ ਜਾਣਦੀਆਂ। ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਨਾ ਸਿਰਫ ਉਦੋਂ ਤੱਕ ਜਦੋਂ ਅਸੀਂ ਚਰਚ ਵਿੱਚ ਹੁੰਦੇ ਹਾਂ, ਬਲਕਿ ਉਸ ਵੇਲੇ ਵੀ ਜਦੋਂ ਅਸੀਂ ਬਾਹਰ ਹੁੰਦੇ ਹਾਂ, ਭਾਈਚਾਰੇ ਦੇ ਪਿਆਰ, ਏਕਤਾ ਅਤੇ ਪਰਮੇਸ਼ਵਰ ਦੇ ਪਵਿੱਤਰ ਪਿਆਰ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਸਾਰਿਆਂ ਲੋਕਾਂ ਨਾਲ ਪਿਆਰ ਸਾਂਝਾ ਕਰਨ ਦਾ ਖਾਸ ਕਰ ਅਧਿਕਾਰ ਦਿੱਤਾ ਹੈ ਕਿ ਸਾਨੂੰ ਉਹਨਾਂ ਨਾਲ ਇਸ ਪਿਆਰ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਇਸ ਨੂੰ ਬਹੁਤਾਤ ਵਿੱਚ ਪ੍ਰਾਪਤ ਕੀਤਾ ਹੈ। ਭਾਵੇਂ ਅਸੀਂ ਕਿਸੇ ਵੀ ਹਾਲਾਤਾਂ ਵਿੱਚ ਹੋਈਏ, ਭਾਵੇਂ ਚਰਚ ਵਿੱਚ ਹੋਈਏ ਜਾਂ ਘਰ ਵਿੱਚ, ਸਾਨੂੰ ਮਸੀਹ ਦੇ ਪਿਆਰ ਨੂੰ ਪੂਰੀ ਦੁਨੀਆ ਦੇ ਸਾਰੇ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਉਮੀਦ ਹੈ ਕਿ ਤੁਸੀਂ ਸਾਰੇ ਪਰਮੇਸ਼ਵਰ ਦੇ ਕੋਮਲ ਪੁੱਤਰ ਅਤੇ ਧੀਆਂ ਹੋਵੋਗੇ। ਮੈਂ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।